ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੀੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਹੁਣ ਆਨਲਾਈਨ ਮਿਲੇਗੀ ਪੀਆਰ ਦੀ ਜਾਣਕਾਰੀ। ਇਮੀਗ੍ਰੇਸ਼ਨ ਬਾਰੇ ਹੋਇਆ ਵੱਡਾ ਐਲਾਨ। 1 ਲੱਖ ਤੋਂ ਵੱਧ ਲੋਕਾਂ ਨੂੰ ਮਿਲੀ ਨੌਕਰੀ। ਬੇਰੁਜ਼ਗਾਰੀ ਦਰ 5% ਤੇ ਬਰਕਰਾਰ। ਕਿਰਾਏ ਦੇ ਮਕਾਨਾਂ ਦੀ ਮੰਗ ਵਿੱਚ ਵਾਧਾ। ਮਕਾਨਾਂ ਵਿੱਚ ਨਿਵੇਸ਼ ਨੂੰ ਤਰਜੀਹ ਦੇਣ ਦੀ ਲੋੜ। ਵਿਦਿਆਰਥੀਆਂ ਨੂੰ ਮਿਲੇ ਟਰੂਡੋ ਦਿੱਤੇ ਸਵਾਲਾਂ ਦੇ ਜਵਾਬ। ਪੀਆਰ ਦੀਆਂ ਅਰਜ਼ੀਆਂ ਦੇ ਨਾਲ ਜੁੜੀ ਹੋਈ ਜਾਣਕਾਰੀ ਹੁਣ ਆਨਲਾਈਨ ਹਾਸਿਲ ਕੀਤੀ ਜਾ ਸਕਦੀ ਹੈ। IRCC ਵੱਲੋਂ ਦੱਸਿਆ ਗਿਆ ਕਿ ਜਿਨ੍ਹਾਂ ਨੇ ਐਕਸਪ੍ਰੈਸ ਐਂਟਰੀ ਅਤੇ PNP ਜ਼ਰੀਏ ਆਪਣੀਆਂ ਅਰਜ਼ੀਆਂ ਲਗਾਈਆਂ ਨੇ ਉਹ ਇਸ ਦੀ ਸਾਰੀ ਜਾਣਕਾਰੀ ਘਰ ਬੈਠੇ ਹੀ ਹਾਸਿਲ ਕਰ ਸਕਦੇ ਨੇ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਡਿਜੀਟਲਾਈਜ਼ ਹੋਣ ਦਾ ਇਹ ਬੇੜਾ ਚੁੱਕਿਆ ਗਿਆ, ਉਸ ਤਹਿਤ ਵੱਡਾ ਕਦਮ ਚੁੱਕਿਆ ਗਿਆ। ਪਹਿਲਾਂ ਵੀ ਕਈ ਅਰਜ਼ੀਆਂ ਨੂੰ ਆਨਲਾਈਨ ਕੀਤਾ ਜਾ ਚੁੱਕਿਆ ਹੈ। ਇਸ ਬਾਰੇ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਇਮੀਗ੍ਰੇਸ਼ਨ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਹੁਣ ਆਸਾਨੀ ਨਾਲ ਘਰ ਬੈਠੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਤੁਹਾਡੀਆਂ ਅਰਜ਼ੀਆਂ ਉੱਪਰ ਕਦੋਂ ਕਿੰਨੀ ਦੇਰ ਵਿੱਚ ਫੈਸਲਾ ਆਵੇਗਾ। ਇਹ ਜਾਣਕਾਰੀ PNP ਅਤੇ ਐਕਸਪ੍ਰੈਸ ਐਂਟਰੀ ਕੈਂਡੀਡੇਟਸ ਵਾਸਤੇ ਹੈ, ਜਿੱਥੇ IRCC ਵੱਲੋਂ ਅਰਜ਼ੀਆਂ ਦੇ ਟਰੈਕਰ ਦਾ ਐਲਾਨ ਕੀਤਾ ਗਿਆ, ਜਿਸ ਦਾ ਭਾਵ ਹੈ ਕਿ ਐਕਸਪ੍ਰੈਸ ਐਂਟਰੀ ਤੇ PNP ਕੈਂਡੀਡੇਟਸ ਆਪਣੀ ਅਰਜ਼ੀਆਂ ਬਾਰੇ ਸਾਰੀ ਜਾਣਕਾਰੀ ਘਰ ਬੈਠੇ ਹੀ ਆਨਲਾਈਨ ਹਾਸਿਲ ਕਰ ਸਕਦੇ ਨੇ। ਇਹ ਨਵਾਂ ਸਟੇਟਸ ਟਰੈਕਰ ਐਕਸਪ੍ਰੈਸ ਐਂਟਰੀ ਕੈਂਡੀਡੇਟਸ, ਜਿਸ ਵਿੱਚ ਫੈਡਰਲ ਸਕਿੱਲ ਵਰਕਰਸ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ ਤੇ ਫੈਡਰਲ ਸਕਿੱਲ ਟ੍ਰੇਡਸ ਪ੍ਰੋਗਰਾਮ ਸ਼ਾਮਿਲ ਹੈ, ਤੇ PNP ਵਾਸਤੇ ਅਪਲਾਈ ਹੋਵੇਗਾ। ਦੱਸ ਦਈਏ ਕਿ ਮੌਜੂਦਾ ਸਮੇਂ ਕੈਨੇਡਾ ਵੱਲੋਂ ਇਹਨਾਂ ਡਰਾਸ ਰਾਹੀਂ 1,90,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਣਾ ਹੈ ਤੇ ਸਾਲ 2025 ਵਾਸਤੇ ਇਹ ਅੰਕੜਾ 2,30,000 ਤੋਂ ਵੱਧ ਦਾ ਤੈਅ ਕੀਤਾ ਗਿਆ। ਹਾਲ ਹੀ ਵਿੱਚ IRCC ਵੱਲੋਂ ਅੰਕੜਾ ਸਾਂਝੇ ਕਰਦਿਆਂ ਦੱਸਿਆ ਗਿਆ ਕਿ ਉਨ੍ਹਾਂ ਕੋਲ 31 ਜਨਵਰੀ ਤੱਕ 47,000 ਤੋਂ ਵੱਧ ਅਰਜ਼ੀਆਂ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਅਧੀਨ ਤੇ 66,000 ਤੋਂ ਵੱਧ PNP ਪ੍ਰੋਗਰਾਮ ਅਧੀਨ ਪਈਆਂ ਹਨ, ਜਿਸ ਦੇ ਨਾਲ ਹੁਣ ਘਰ ਬੈਠੇ ਹੀ ਆਨਲਾਈਨ ਸਟੇਟਸ ਦੇਖਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ IRCC ਵੱਲੋਂ ਆਪਣੇ ਆਪ ਨੂੰ ਡਿਜੀਟਲਾਈਜ਼ ਕਰਨ ਵਾਸਤੇ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਪਿਛਲੇ ਸਤੰਬਰ ਮਹੀਨੇ IRCC ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਵੱਲੋਂ ਸਾਰੀਆਂ ਅਰਜ਼ੀਆਂ ਡਿਜੀਟਲਾਈਜ਼ ਕੀਤੀਆਂ ਜਾਣਗੀਆਂ। ਉਨ੍ਹਾਂ ਵੱਲੋਂ ਕਿਹਨਾਂ ਵਾਸਤੇ ਇਹ ਪਹਿਲਾਂ ਹੀ ਕਰ ਦਿੱਤਾ ਗਿਆ, ਇਸ ਬਾਰੇ ਵੀ ਸਮੇਂ-ਸਮੇਂ ਤੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਪਹਿਲਾਂ ਸਪਾਊਸ ਵੀਜ਼ਾ ਵਾਲਿਆਂ ਨੂੰ ਇਸ ਸੰਬੰਧੀ ਰਾਹਤ ਦਿੱਤੀ ਗਈ ਸੀ ਤੇ ਹੁਣ ਇਹ ਤਾਜ਼ਾ ਜਾਣਕਾਰੀ ਐਕਸਪ੍ਰੈਸ ਐਂਟਰੀ ਤੇ PNP ਕੈਂਡੀਡੇਟਸ ਵਾਸਤੇ ਸਾਹਮਣੇ ਆਈ ਹੈ। ਨੌਕਰੀਆਂ ਨਾਲ ਜੁੜੀ ਹੋਈ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ 1 ਮਹੀਨੇ ਵਿੱਚ ਆਰਥਿਕਤਾ ਅੰਦਰ 1 ਲੱਖ ਤੋਂ ਵੱਧ ਨੌਕਰੀਆਂ ਸ਼ਾਮਿਲ ਕੀਤੀਆਂ ਗਈਆਂ ਨੇ, ਜਿਸ ਦਾ ਮਤਲਬ ਹੈ ਕਿ 1 ਲੱਖ ਤੋਂ ਵੱਧ ਲੋਕਾਂ ਨੂੰ 1 ਮਹੀਨੇ ਵਿੱਚ ਨੌਕਰੀਆਂ ਮਿਲੀਆਂ ਨੇ। ਪਰ ਇਸ ਦੇ ਨਾਲ ਹੀ ਬੇਰੁਜ਼ਗਾਰੀ ਦਰ ਪਹਿਲਾਂ ਦੇ ਮੁਕਾਬਲੇ ਹੀ 5% ਤੇ ਬਰਕਰਾਰ ਰਹੀ ਹੈ। ਨੌਕਰੀਆਂ ਬਾਰੇ ਚੰਗੀ ਖਬਰ ਸਾਹਮਣੇ ਆਈ ਹੈ, ਜਿੱਥੇ ਜਨਵਰੀ ਮਹੀਨੇ ਦਾ ਅੰਕੜਾ ਸਾਂਝਾ ਕਰਦਿਆਂ ਦੱਸਿਆ ਗਿਆ ਕਿ ਜਨਵਰੀ ਮਹੀਨੇ ਦੌਰਾਨ ਕੈਨੇਡੀਅਨ ਆਰਥਿਕਤਾ ਵਿੱਚ 1,50,000 ਨਵੀਆਂ ਨੌਕਰੀਆਂ ਪੈਦਾ ਕੀਤੀਆਂ ਗਈਆਂ ਨੇ। ਪਰ ਇਸ ਤੋਂ ਬਾਅਦ ਵੀ ਬੇਰੁਜ਼ਗਾਰੀ ਦਰ 5% ਤੇ ਬਰਕਰਾਰ ਰਹੀ। ਜੀ ਹਾਂ, ਸਟੈਟਿਸਟਿਕਸ ਕੈਨੇਡਾ ਵੱਲੋਂ ਕੁਝ ਨਵੇਂ ਅੰਕੜੇ ਜਾਰੀ ਕੀਤੇ ਗਏ, ਜਿਸ ਮੁਤਾਬਕ ਕੈਨੇਡੀਅਨ ਆਰਥਿਕਤਾ ਵਿੱਚ ਜਨਵਰੀ ਮਹੀਨੇ ਦੌਰਾਨ 1,50,000 ਨਵੀਆਂ ਨੌਕਰੀਆਂ ਪੈਦਾ ਹੋਈਆਂ। ਇਹ ਲਗਾਤਾਰ ਦੂਸਰਾ ਮਹੀਨਾ ਹੈ ਜਦੋਂ ਨਵੀਆਂ ਨੌਕਰੀਆਂ ਵਿੱਚ ਅੰਦਾਜ਼ੇ ਨਾਲੋਂ ਵੱਧ ਵਾਧਾ ਦਰਜ ਕੀਤਾ ਗਿਆ। ਬੇਰੁਜ਼ਗਾਰੀ ਦਰ 5% ਤੇ ਬਰਕਰਾਰ ਰਹੀ। ਤਕਰੀਬਨ ਸਾਰੇ ਸੈਕਟਰਾਂ ਵਿੱਚ ਹੀ ਨੌਕਰੀਆਂ ਅੰਦਰ ਵਾਧਾ ਹੋਇਆ, ਪਰ ਰੀਟੇਲ ਵਪਾਰ ਨੌਕਰੀਆਂ ਸਭ ਤੋਂ ਅੱਗੇ ਦਰਜ ਕੀਤੀਆਂ ਗਈਆਂ। ਸਾਲਾਨਾ ਪੱਧਰ ਦੇ ਆਧਾਰ ਤੇ ਤਨਖਾਹਾਂ ਵਿੱਚ 4.5% ਦਾ ਵਾਧਾ ਹੋਇਆ। ਦੱਸ ਦਈਏ ਕਿ ਸਤੰਬਰ ਮਹੀਨੇ ਤੋਂ ਬਾਅਦ ਲਗਾਤਾਰ ਨੌਕਰੀਆਂ ਵਿੱਚ ਵਾਧਾ ਹੋ ਰਿਹਾ ਹੈ ਤੇ ਸਤੰਬਰ ਮਹੀਨੇ ਤੋਂ ਹੁਣ ਤੱਕ ਕੈਨੇਡੀਅਨ ਆਰਥਿਕਤਾ ਅੰਦਰ 3,26,000 ਨਵੀਆਂ ਨੌਕਰੀਆਂ ਪੈਦਾ ਹੋ ਚੁੱਕੀਆਂ ਨੇ। ਨਿਊ ਫਾਊਂਡਲੈਂਡ ਐਂਡ ਲੈਬਰਾਡੋਰ, ਪ੍ਰਿੰਸ ਐਡਵਰਡ ਆਈਲੈਂਡ ਤੇ ਨਿਊ ਬਰਨਸਵਿਕ ਨੂੰ ਛੱਡ ਕੇ ਸਾਰੇ ਸੂਬਿਆਂ ਵਿੱਚ ਨੌਕਰੀਆਂ ਪੈਦਾ ਹੋਈਆਂ, ਪਰ ਓਨਟਾਰੀਓ ਤੇ ਕਿਊਬੈਕ ਸਭ ਤੋਂ ਅੱਗੇ ਰਹੇ ਹਨ। ਜ਼ਿਆਦਾਤਰ ਨਵੀਆਂ ਨੌਕਰੀਆਂ 1,32,000 ਪ੍ਰਾਈਵੇਟ ਸੈਕਟਰ ਵਿੱਚ ਪੈਦਾ ਕੀਤੀਆਂ ਗਈਆਂ ਨੇ। ਹੁਣ ਸਟੈਟਿਸਟਿਕਸ ਕੈਨੇਡਾ ਵੱਲੋਂ ਲਗਾਤਾਰ ਨੌਕਰੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਵੱਲੋਂ ਤਾਜ਼ਾ ਅੰਕੜੇ ਪੇਸ਼ ਕੀਤੇ ਗਏ। ਕਿਰਾਏ ਦੇ ਮਕਾਨਾਂ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ, ਜਿੱਥੇ ਕਿਰਾਏ ਦੇ ਮਕਾਨਾਂ ਦੀ ਮੰਗ ਵਧ ਰਹੀ ਹੈ। ਇਸ ਸੰਬੰਧੀ ਹੁਣ ਖਾਸ ਮੰਗ ਫੈਡਰਲ ਸਰਕਾਰ ਤੋਂ ਵੀ ਕੀਤੀ ਜਾ ਰਹੀ ਹੈ। ਨਵੇਂ ਮਕਾਨ ਬਣਾਉਣ ਸੰਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਬਾਰੇ ਕੀ ਹੈ ਪੂਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਕਿਰਾਏ ਦੇ ਮਕਾਨਾਂ ਵਾਸਤੇ ਇੱਕ ਨਵੀਂ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਰਿਪੋਰਟ ਵਿੱਚ ਪਤਾ ਚੱਲਿਆ ਕਿ GTA ਨੂੰ ਨਵੇਂ ਕਿਰਾਏ ਦੇ ਮਕਾਨਾਂ ਵਿੱਚ ਇਨਵੈਸਟਮੈਂਟ ਨੂੰ ਤਰਜੀਹ ਦੇਣ ਦੀ ਜ਼ਰੂਰਤ ਹੈ। ਜੀ ਹਾਂ, ਗ੍ਰੇਟਰ ਟੋਰਾਂਟੋ ਏਰੀਆ ਵਿੱਚ ਕਿਰਾਏ ਦੇ ਮਕਾਨਾਂ ਦੀ ਤੇਜ਼ੀ ਨਾਲ ਵੱਧ ਰਹੀ ਮੰਗ ਦੀ ਪੂਰਤੀ ਵਾਸਤੇ ਨਵੇਂ ਕਿਰਾਏ ਦੇ ਮਕਾਨਾਂ ਦੀ ਉਸਾਰੀ ਨੂੰ ਤਰਜੀਹ ਦਿੱਤੇ ਜਾਣ ਦੀ ਜ਼ਰੂਰਤ ਹੈ।
ਇੰਡਸਟਰੀ ਗਰੁੱਪਸ ਵੱਲੋਂ ਤਿਆਰ ਕੀਤੀ ਨਵੀਂ ਰਿਪੋਰਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ। ਬਿਲਡਿੰਗ ਇੰਡਸਟਰੀ ਐਂਡ ਲੈਂਡ ਡਿਵੈਲਪਮੈਂਟ ਐਸੋਸੀਏਸ਼ਨ ਤੇ ਫੈਡਰੇਸ਼ਨ ਆਫ ਰੈਂਟਲ ਹਾਊਸਿੰਗ ਪ੍ਰੋਵਾਈਡੇਸ਼ਨ ਆਫ ਓਨਟਾਰੀਓ ਨੇ ਕਿਹਾ ਕਿ GTA ਵਿੱਚ ਕਿਰਾਏ ਦੇ ਮਕਾਨਾਂ ਦਾ ਘਾਟਾ ਅਗਲੇ 10 ਸਾਲਾਂ ਵਿੱਚ ਦੁੱਗਣਾ ਹੋ ਕੇ 1,77,000 ਹੋ ਜਾਵੇਗਾ। ਰਿਪੋਰਟ ਮੁਤਾਬਕ ਕਿਰਾਏ ਦੇ ਉਦੇਸ਼ ਨਾਲ ਉਸਾਰੇ ਜਾਣ ਵਾਲੇ ਨਵੇਂ ਮਕਾਨ ਬਣਾਉਣ ਦੀ ਹੀ ਘਾਟ ਹੋ ਸਕਦੀ ਹੈ। ਰਿਪੋਰਟ ਮੁਤਾਬਕ GTA ਦੇ ਕਰੀਬ 90% ਕਿਰਾਏ ਲਈ ਉਸਾਰੇ ਗਏ ਯੂਨਿਟ ਤਕਰੀਬਨ 40 ਸਾਲ ਪਹਿਲਾਂ ਬਣਾਏ ਗਏ। GTA ਦੀ ਰੈਂਟਲ ਮਾਰਕੀਟ ਵਿੱਚ ਕਿਰਾਏ ਲਈ ਬਣਾਏ ਮਕਾਨਾਂ ਦੀ ਹਿੱਸੇਦਾਰੀ 41% ਹੈ। FPRO ਦੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਾਰੇ ਪੱਧਰ ਦੀਆਂ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਵਿਸ਼ੇਸ਼ ਤੌਰ ਤੇ ਕਿਰਾਏ ਦੇ ਬਣੇ ਮਕਾਨਾਂ ਦੀ ਉਸਾਰੀ ਕਰਨ ਦੀ ਮੰਗ ਕੀਤੀ ਹੈ। ਰਿਪੋਰਟ ਅਨੁਸਾਰ ਇਹ ਇੱਕ ਮੁੱਖ ਮੁੱਦਾ ਹੈ ਕਿ ਡਿਵੈਲਪਮੈਂਟ ਵਾਸਤੇ ਪਰਪਸ ਬਿਲਡ ਰੈਂਟਲ ਬਣਾਉਣ ਵਧੇਰੇ ਮਹਿੰਗਾ ਹੈ ਕਿਉਂਕਿ ਉਹਨਾਂ ਨੂੰ ਪਹਿਲਾਂ ਵੱਧ ਨਿਵੇਸ਼ ਕਰਨਾ ਪੈਂਦਾ ਹੈ ਤੇ ਪ੍ਰੋਜੈਕਟ ਦੇ ਲਾਭਦਾਇਕ ਬਣਨ ਵਾਸਤੇ ਲੰਬਾ ਸਮਾਂ ਉਡੀਕ ਕਰਨੀ ਪੈਂਦੀ ਹੈ। ਰਿਪੋਰਟ ਵਿੱਚ ਸਾਰੇ ਪੱਧਰ ਦੀਆਂ ਸਰਕਾਰਾਂ ਲਈ ਕਈ ਸਿਫਾਰਸ਼ਾਂ ਕੀਤੀਆਂ ਗਈਆਂ ਨੇ। ਮਿਊਨਿਸਪਲ ਪੱਧਰ ਤੇ ਕੋਈ ਕਾਰਵਾਈ ਦੀ ਮੰਗ ਕੀਤੀ ਗਈ ਹੈ ਜਿਸ ਵਿੱਚ ਸੰਪਤੀ ਟੈਕਸਾਂ ਨੂੰ ਕੰਡੋਜ਼ ਅਤੇ ਲੋ ਰਾਈਡਸ ਹੋਮ ਵਾਸਤੇ ਇਕਸਾਰ ਕਰਨਾ, ਡਿਵੈਲਪਮੈਂਟ ਫੀਸਾਂ ਨੂੰ ਘਟਾਉਣਾ ਜਾਂ ਮੁਆਫ ਕਰਨਾ ਤੇ ਮਨਜ਼ੂਰੀ ਦੀ ਸਮਾਂ ਸੀਮਾਵਾਂ ਨੂੰ ਤੇਜ਼ ਕਰਨਾ ਸ਼ਾਮਿਲ ਹੈ। ਰਿਪੋਰਟ ਵਿੱਚ ਓਨਟਾਰੀਓ ਸਰਕਾਰ ਵੱਲੋਂ ਹਾਲ ਹੀ ਵਿੱਚ ਬਣਾਏ ਮੋਰ ਹੋਮਜ਼ ਬਿਲਡ ਫਾਸਟ ਐਕਟ ਦੀ ਤਾਰੀਫ ਕੀਤੀ ਗਈ ਹੈ ਪਰ ਕਿਹਾ ਹੈ ਕਿ ਸੂਬਾ ਅਤੇ ਫੈਡਰਲ ਸਰਕਾਰ ਨੂੰ ਹੋਰ ਕਦਮ ਚੁੱਕਣ ਦੀ ਲੋੜ ਹੈ ਜਿਸ ਵਿੱਚ ਘਰਾਂ ਦੀ ਮੌਜੂਦਾ ਕੀਮਤਾਂ ਦੀ ਤਹਿਤ HST ਰਿਬੇਟ ਦੀ ਗੱਲ ਕਹੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਰਸਿੰਗ ਸਟੂਡੈਂਟਸ ਨਾਲ ਮੁਲਾਕਾਤ ਕੀਤੀ ਗਈ ਜਿੱਥੇ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਤੋਂ ਕਈ ਸਵਾਲ ਪੁੱਛੇ ਤੇ ਟਰੂਡੋ ਨੇ ਉਹਨਾਂ ਦੇ ਜਵਾਬ ਦਿੱਤੇ ਨੇ। ਵਿਦਿਆਰਥੀਆਂ ਦੇ ਨਾਲ ਉਹਨਾਂ ਦਾ ਕਿਸ ਤਰ੍ਹਾਂ ਦਾ ਇਹ ਵਾਰਤਾਲਾਪ ਰਿਹਾ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਰਸਿੰਗ ਸਟੂਡੈਂਟਸ ਨਾਲ ਮੁਲਾਕਾਤ ਕੀਤੀ ਗਈ। ਓਟਵਾ ਵਿੱਚ ਪ੍ਰਧਾਨ ਮੰਤਰੀ ਮੌਜੂਦ ਸਨ ਜਿੱਥੇ ਉਹਨਾਂ ਨੇ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ। ਵਿਦਿਆਰਥੀਆਂ ਨੇ ਸਵਾਲ ਪੁੱਛੇ ਤਾਂ ਟਰੂਡੋ ਨੇ ਉਸ ਦੇ ਜਵਾਬ ਦਿੱਤੇ ਨੇ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨਾਲ ਕੀ ਗੱਲਾਂ ਕੀਤੀਆਂ ਆਓ ਤੁਹਾਨੂੰ ਸੁਣਾਉਂਦੇ ਹਾਂ। I was thinking about it. You're ending a 2-year program this spring, which means you chose to step up and get into a nursing program in September of 2021 after that first crazy difficult year of COVID. And when we saw just how much our frontline health workers were standing up, but also we were seeing all the challenges in our healthcare system, all the gaps. And each of you decided that, yep, you wanted to be part of serving and helping your fellow Canadians and building a better future for people. And that is incredibly inspiring, but it's something that we've seen flavors of right across the country as people have chosen to step up. It's one of the ways we got through the pandemic, of people leaning on people in really meaningful ways. But at the same time, we also know that there are a huge number of challenges out there, whether it's within the medical professions where people are burning out and the supports and the resources just aren't always there enough, or across the country where people are challenged with rise in inflation, rise in interest rates, rise in cost of living, at the same time as there's uncertainty about all the changes going on in the world. So one of the things that I'm really looking forward to hearing from all of you is how you're doing, what you see as the big challenges you're facing over the coming years, what you're seeing in your profession and your chosen profession, what your next steps are, but also what the federal government or governments in general can and should be doing to support you. Oui, on a fait des annonces énormes dans notre système de santé, pour notre système de santé plus tôt cette semaine, et on va faire des investissements en partenariat avec les provinces, mais il y a beaucoup d'autres choses à faire et j'ai bien hâte de vous entendre dans les 2 langues officielles, si vous voulez, sur ces enjeux-là. I know there's lots to talk about. I'm glad to be back here with Anita. ਹੈਲਥਕੇਅਰ ਫੰਡਿੰਗ ਦੇ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਪ੍ਰਸਤਾਵ ਲਿਆਂਦਾ ਗਿਆ ਉਸ ਬਾਰੇ ਅਜੇ ਪ੍ਰੀਮੀਅਰਸ ਨੇ ਫੈਸਲਾ ਲੈਣਾ ਹੈ। ਇਹ ਪ੍ਰਸਤਾਵ ਅਜੇ ਤੱਕ ਮਨਜ਼ੂਰ ਨਹੀਂ ਕੀਤਾ ਗਿਆ। ਸੋਮਵਾਰ ਨੂੰ ਇਸ ਸੰਬੰਧੀ ਪ੍ਰੀਮੀਅਰਸ ਵੱਲੋਂ ਮੀਟਿੰਗ ਕੀਤੀ ਜਾਵੇਗੀ। ਪਹਿਲਾਂ ਸ਼ੁੱਕਰਵਾਰ ਨੂੰ ਇਹ ਬੈਠਕ ਹੋਣ ਜਾ ਰਹੀ ਸੀ ਪਰ ਇਸ ਨੂੰ ਅੱਗੇ ਪਾ ਦਿੱਤਾ ਗਿਆ। ਫੈਡਰਲ ਸਰਕਾਰ ਦੇ ਹੈਲਥਕੇਅਰ ਫੰਡਿੰਗ ਪ੍ਰਸਤਾਵ ਨੂੰ ਲੈ ਕੇ ਪ੍ਰੀਮੀਅਰਸ ਸੋਮਵਾਰ ਨੂੰ ਮੁਲਾਕਾਤ ਕਰਨਗੇ। ਇਹ ਬੈਠਕ ਪਹਿਲਾਂ ਸ਼ੁੱਕਰਵਾਰ ਨੂੰ ਹੋਣ ਜਾ ਰਹੀ ਸੀ। ਦਰਅਸਲ
ਪ੍ਰੀਮੀਅਰਸ ਵੱਲੋਂ ਫੈਡਰਲ ਸਰਕਾਰ ਪ੍ਰਸਤਾਵਿਤ ਹੈਲਥਕੇਅਰ ਫੰਡਿੰਗ ਨੂੰ ਵਿਚਾਰਨ ਵਾਸਤੇ ਆਪਣੀ ਬੈਠਕ ਨੂੰ ਅੱਗੇ ਪਾ ਦਿੱਤਾ ਗਿਆ ਤੇ ਹੁਣ ਪ੍ਰੀਮੀਅਰ ਸ਼ੁੱਕਰਵਾਰ ਦੀ ਬਜਾਏ ਸੋਮਵਾਰ ਨੂੰ ਮੁਲਾਕਾਤ ਕਰਨਗੇ। ਲੰਘੇ ਮੰਗਲਵਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਸੀ ਕਿ ਫੈਡਰਲ ਸਰਕਾਰ ਕੈਨੇਡਾ ਦੇ ਚਰਮਰਾ ਰਹੇ ਹੈਲਥਕੇਅਰ ਸਿਸਟਮ ਵਿੱਚ ਨਵੀਂ ਜਾਨ ਪਾਉਣ ਸੰਬੰਧੀ ਸੂਬਿਆਂ ਤੇ ਪ੍ਰਦੇਸ਼ਾਂ ਨੂੰ ਤਕਰੀਬਨ 46.2 ਬਿਲੀਅਨ ਡਾਲਰ ਦੇ ਨਵੇਂ ਫੰਡ ਦੇਣ ਲਈ ਤਿਆਰ ਹੈ। ਪ੍ਰੀਮੀਅਰਸ ਨੇ ਅਜੇ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ ਤੇ ਮੈਨੀਟੋਬਾ ਦੇ ਪ੍ਰੀਮੀਅਰ ਜੋ ਕਿ ਕੌਂਸਲ ਆਫ ਫੈਡਰੇਸ਼ਨ ਦੇ ਮੁਖੀ ਹਨ, ਉਹਨਾਂ ਵੱਲੋਂ ਮੰਗਲਵਾਰ ਨੂੰ ਕਿਹਾ ਗਿਆ ਸੀ ਕਿ ਟਰੂਡੋ ਦਾ ਪ੍ਰਸਤਾਵ ਉਸ ਤੋਂ ਕਾਫੀ ਘੱਟ ਹੈ ਜਿੰਨੀ ਪ੍ਰੀਮੀਅਰ ਉਮੀਦ ਕਰ ਰਹੇ ਨੇ। ਉਨ੍ਹਾਂ ਦੇ ਸਪੋਕਸਪਰਸਨ ਵੱਲੋਂ ਦੱਸਿਆ ਗਿਆ ਕਿ ਪ੍ਰੀਮੀਅਰ ਹੁਣ ਸੋਮਵਾਰ ਦੁਪਹਿਰ ਨੂੰ ਮਿਲਣ ਵਾਸਤੇ ਸਹਿਮਤ ਹੋਏ ਨੇ। ਦੱਸ ਦਈਏ ਕਿ ਓਨਟਾਰੀਓ ਪ੍ਰੀਮੀਅਰ ਡਗਫੋਰਡ ਨੇ ਪ੍ਰਸਤਾਵ ਬਾਰੇ ਗੱਲ ਕਰਨ ਵਾਸਤੇ ਵੀਰਵਾਰ ਨੂੰ ਫੈਡਰਲ ਹੈਲਥ ਮਿਨਿਸਟਰ ਅਤੇ ਇੰਟਰ ਗਵਰਨਮੈਂਟਲ ਮਿਨਿਸਟਰ ਨਾਲ ਮੁਲਾਕਾਤ ਕੀਤੀ। ਫੋਰਡ ਨੇ ਕਿਹਾ ਕਿ ਮੁਲਾਕਾਤ ਸਾਰਥਕ ਸੀ ਪਰ ਅਜੇ ਵੀ ਥੋੜਾ ਹੋਰ ਕੰਮ ਕੀਤੇ ਜਾਣ ਦੀ ਜ਼ਰੂਰਤ ਹੈ। ਡਿਪਟੀ ਪ੍ਰਧਾਨ ਮੰਤਰੀ ਵੱਲੋਂ ਖਾਸ ਐਲਾਨ ਕੀਤਾ ਗਿਆ ਜਿੱਥੇ ਉਹਨਾਂ ਨਾਲ ਪ੍ਰੀਮੀਅਰ ਡਗਫੋਰਡ ਵੀ ਮੌਜੂਦ ਸਨ। ਇਸ ਦੀ ਵੀਡੀਓ ਉਹਨਾਂ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵੀ ਸਾਂਝੀ ਕੀਤੀ ਗਈ। ਕੀ ਐਲਾਨ ਉਹਨਾਂ ਵੱਲੋਂ ਕੀਤਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। ਡਿਪਟੀ ਪ੍ਰਾਈਮ ਮਿਨਿਸਟਰ ਫ੍ਰੀਲੈਂਡ ਅਤੇ ਓਨਟਾਰੀਓ ਦੇ ਪ੍ਰੀਮੀਅਰ ਡਗਫੋਰਡ ਵੱਲੋਂ ਵੱਡਾ ਐਲਾਨ ਕੀਤਾ ਗਿਆ। ਉਨ੍ਹਾਂ ਨਾਲ ਓਨਟਾਰੀਓ ਐਨਰਜੀ ਮਿਨਿਸਟਰ ਵੀ ਮੌਜੂਦ ਸਨ ਜਿੱਥੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਹ ਦਿਖਾਈ ਦਿੱਤੇ। ਇਸ ਮੌਕੇ ਤੇ ਕੀ ਐਲਾਨ ਕੀਤਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। This is about Indigenous prosperity, Indigenous people taking control of their lives and their economy. It's about Canada's clean economy future and our clean economy present and the jobs that we are creating today and for the future, because that's where the world is going and Canada is going to get its share of those jobs. This is about collaboration between the private sector, 3 great companies here, and the public sector. And it's about collaboration between the federal government and a great provincial government that is a very important partner for us. So, you know, I'm sure everybody has their moments when they're worried. They're worried about things today, and things are really uncertain in the world economy, and things are tough for a lot of families around their kitchen tables. And I think people are concerned about the future and where things are going. And so I really want people to think about this specific announcement today, because I think you can see in it the best of our country and how we are able to work together to build something even better. So that's why I'm here. I'm very excited. 800,000 more Canadians have jobs today than they did before COVID hit. Canada has recovered 126% of the jobs lost to COVID, and that compares to 112% in the US. It has been a remarkable jobs recovery. ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਖਿਲਾਫ ਐਨਡੀਪੀ ਲੀਡਰ ਜਗਮੀਤ ਸਿੰਘ ਬੋਲੇ ਨੇ ਤੇ ਨਾਲ ਹੀ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਨਿਸ਼ਾਨੇ ਸਾਧੇ ਨੇ। ਜਗਮੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਕੰਜ਼ਰਵੇਟਿਵ ਪਾਰਟੀ ਕੀ ਕਰ ਰਹੀ ਹੈ ਤੇ ਪ੍ਰਧਾਨ ਮੰਤਰੀ ਉਹਨਾਂ ਨੂੰ ਨਹੀਂ ਰੋਕ ਰਹੇ। ਹੈਲਥ ਕੇਅਰ ਦਾ ਜ਼ਿਕਰ ਵੀ ਜਗਮੀਤ ਸਿੰਘ ਵੱਲੋਂ ਕੀਤਾ ਗਿਆ। ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੰਜ਼ਰਵੇਟਿਵ ਪਾਰਟੀ ਦੇ ਉੱਪਰ ਨਿਸ਼ਾਨੇ ਸਾਧੇ ਗਏ ਤੇ ਨਾਲ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਘੇਰਿਆ ਹੈ। ਜਗਮੀਤ ਸਿੰਘ ਕਹਿੰਦੇ ਨੇ ਕਿ ਕੰਜ਼ਰਵੇਟਿਵ ਪਾਰਟੀ ਵੱਲੋਂ ਵਰਕਰਾਂ ਨੂੰ ਅਤੇ ਸੁਸਾਇਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਨਾਲ ਹੀ ਉਹਨਾਂ ਵੱਲੋਂ ਹੈਲਥ ਕੇਅਰ ਦੇ ਮੁੱਦੇ ਦਾ ਵੀ ਜ਼ਿਕਰ ਕੀਤਾ ਗਿਆ। ਜਗਮੀਤ ਸਿੰਘ ਕਹਿੰਦੇ ਨੇ ਕਿ ਅਜਿਹੇ ਵਿੱਚ ਜਸਟਿਨ ਟਰੂਡੋ ਉਹਨਾਂ ਨੂੰ ਰੋਕਣ ਵਾਸਤੇ ਕੋਈ ਵੀ ਕਦਮ ਨਹੀਂ ਚੁੱਕ ਰਹੇ। ਜਗਮੀਤ ਸਿੰਘ ਵੱਲੋਂ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਜਿੱਥੇ ਉਹਨਾਂ ਨੇ ਕਿਹਾ ਕਿ ਨਿਊ ਡੈਮੋਕ੍ਰੇਟਸ ਹਮੇਸ਼ਾ ਹੀ ਹੱਕ ਦੀ ਲੜਾਈ ਲੜਦੇ ਰਹਿਣਗੇ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਪਰ ਵੀ ਉਹਨਾਂ ਵੱਲੋਂ ਸਵਾਲ ਖੜੇ ਕੀਤੇ ਗਏ ਨੇ। There is something standing in the way of cuts and privatization and for-profit corporations squeezing workers' paychecks and attacking their rights. And it's not Justin Trudeau, it's working people and their unions and the NDP and the power of solidarity.
We saw this solidarity. We saw the power of people coming together, workers and unions coming together, when the conservative agenda was defeated by workers who rose up against Doug Ford's union-busting attempt to take away the right to collectively bargain. We saw the power of people coming together when the conservatives' agenda was smacked down in the midterm election in the United States. Workers are organizing across the country in Starbucks, in Amazon, in public and private sectors. Ford, Polyev, and greedy CEOs have been put on notice. It's time for workers to finally get the respect they deserve. ਰਾਸ਼ਟਰਪਤੀ ਬਾਈਡਨ ਦੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੱਲੋਂ ਗਵਰਨਰ ਦਾ ਸਵਾਗਤ ਕੀਤਾ ਗਿਆ। ਇੱਕ ਬੈਠਕ ਦੌਰਾਨ ਇਹ ਸਵਾਗਤ ਕੀਤਾ ਗਿਆ ਹੈ, ਜਿਸ ਦੀ ਵੀਡੀਓ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਵੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੱਲੋਂ ਗਵਰਨਰ ਦਾ ਵਾਈਟ ਹਾਊਸ ਵਿੱਚ ਸਵਾਗਤ ਕੀਤਾ ਗਿਆ। ਇਹ ਸਵਾਗਤ ਨੈਸ਼ਨਲ ਗਵਰਨਰਸ ਐਸੋਸੀਏਸ਼ਨ ਵਿੰਟਰ ਮੀਟਿੰਗ ਦੌਰਾਨ ਕੀਤਾ ਗਿਆ, ਜਿੱਥੇ तमाम ਨੇਤਾ ਆਪਣਾ ਪੱਖ ਰੱਖਦੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। 75% of what we did would not have happened without flat bipartisan. We would not have a $1.2 trillion infrastructure bill. That was a bipartisan initiative, real, and with many of you governors helping us push it over the line. We would not be in a position with the CHIPS Act, which is going to invest over $300 billion in the near term in the United States, making these chips and growing the economy. That was a bipartisan effort. We go down the list. And so I just think that one of the things we have a chance to do this year is disprove that we're just a broken system, that we're divided. We're just based on extremes in both parties, and we can't get anything done. And you know, I was just up in Wisconsin with Governor Evers, going around the country like the vice presidents, meeting with a lot of you all, and trying to figure out how we get done, how we implement what we've finished. For example, I asked a former governor, by the way, if you notice, I hired a lot of governors in my cabinet. Granholm, Ramont Mirando, Vilsack, et cetera, because you know how to get things done. And that's most of what we have to do now. It seems to me that when I came to office, to state the obvious, the pandemic was raging. And there wasn't anybody's particular fault. It was just raging. And but we acted. We came together. And a lot of governors helped a great deal in terms of getting the acting together. And granted, at the beginning, it was we didn't have unanimity in what to do, but we passed a little thing that was about $1.8 trillion called the Recovery Act, and it pulled an awful lot of people out of real deep trouble. Most of you were in situations, not all, were in situations where your revenues were drying up because of the pandemic. Things were shutting down. You're having to lay off first responders, teachers, nurses, doctors, etc. ਅਮਰੀਕਾ ਵਿੱਚ ਮਹਿੰਗਾਈ ਲਗਾਤਾਰ ਵੱਧਦੀ ਹੀ ਜਾ ਰਹੀ ਹੈ। ਵੱਧ ਰਹੀ ਮਹਿੰਗਾਈ ਨੇ ਕਈ ਅਮਰੀਕਨਸ ਨੂੰ ਚਿੰਤਾ ਵਿੱਚ ਪਾ ਦਿੱਤਾ। ਅਜਿਹੇ ਵਿੱਚ ਖਬਰ ਸਾਹਮਣੇ ਆ ਰਹੀ ਹੈ ਕਿ ਬੇਰੁਜ਼ਗਾਰੀ ਸੰਬੰਧੀ ਲਾਭ ਲੈਣ ਵਾਲਿਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਦਰਜ ਕੀਤੀ ਗਈ। ਅਮਰੀਕਾ ਤੋਂ ਖਬਰ ਸਾਹਮਣੇ ਆਈ ਹੈ, ਜਿੱਥੇ ਬੇਰੁਜ਼ਗਾਰੀ ਲਾਭਾਂ ਵਾਸਤੇ ਅਪਲਾਈ ਕਰਨ ਵਾਲਿਆਂ ਦੀ ਗਿਣਤੀ ਵਿੱਚ ਪਹਿਲਾਂ ਦੇ ਮੁਕਾਬਲੇ ਵਾਧਾ ਦਰਜ ਕੀਤਾ ਗਿਆ। ਇਸ ਬਾਰੇ ਜੋ ਹੋਰ ਜਾਣਕਾਰੀ ਸਾਹਮਣੇ ਆਈ, ਉਸ ਤੋਂ ਪਤਾ ਚੱਲਿਆ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਬੇਰੁਜ਼ਗਾਰੀ ਲਾਭਾਂ ਵਾਸਤੇ ਅਪਲਾਈ ਕਰਨ ਵਾਲੇ ਵਿਅਕਤੀਆਂ ਦੀ ਗਿਣਤੀ ਪਹਿਲਾਂ ਦੇ ਮੁਕਾਬਲੇ ਵੱਧ ਦਰਜ ਕੀਤੀ ਗਈ। ਇਹ ਗਿਣਤੀ 13,000 ਦੇ ਵਾਧੇ ਨਾਲ 1,96,000 ਹੋ ਗਈ ਹੈ। ਸਰਕਾਰੀ ਅੰਕੜੇ ਸਾਹਮਣੇ ਆਏ ਨੇ, ਜਿਨ੍ਹਾਂ ਤੋਂ ਪਤਾ ਚੱਲਿਆ ਹੈ ਕਿ ਮੌਜੂਦਾ ਸਮੇਂ ਕੀ ਸਥਿਤੀ ਬਣੀ ਹੋਈ ਹੈ। ਰਿਪੋਰਟ ਦੇ ਮੁਤਾਬਕ ਪਿਛਲੇ ਹਫ਼ਤੇ ਬੇਰੁਜ਼ਗਾਰੀ ਦੀਆਂ ਨਵੀਆਂ ਅਰਜ਼ੀਆਂ 1,83,000 ਤੋਂ ਵੱਧ ਹਾਸਲ ਹੋਈਆਂ। ਵਿਭਾਗ ਦੇ ਮੁਤਾਬਕ ਦਸੰਬਰ ਸਾਲ 2022 ਤੋਂ ਬਾਅਦ ਦਾਅਵਿਆਂ ਦਾ ਇਹ ਪਹਿਲਾ ਵਾਧਾ ਹੈ। ਵਾਲ ਸਟਰੀਟ ਜਰਨਲ ਦੀ ਇੱਕ ਸਰਵੇਖਣ ਤੋਂ ਵੀ ਪਤਾ ਚੱਲਿਆ ਕਿ 4 ਫਰਵਰੀ ਤੋਂ ਪਹਿਲਾਂ 7 ਦਿਨਾਂ ਵਾਸਤੇ ਬੇਰੁਜ਼ਗਾਰੀ ਦੇ ਨਵੇਂ ਦਾਅਵੇ 1,90,000 ਹੋ ਜਾਣਗੇ। ਮੌਜੂਦਾ ਸਮੇਂ ਅਮਰੀਕਾ ਵਿੱਚ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਤੇ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ। ਮਹਿੰਗਾਈ ਲੱਖਾਂ ਅਮਰੀਕੀਆਂ ਦੀ ਜੇਬ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਪੋਲ ਦੇ ਵਿੱਚ ਸਾਹਮਣੇ ਆਇਆ ਕਿ 50% ਅਮਰੀਕੀਆਂ ਨੇ ਕਿਹਾ ਕਿ ਉਹ ਵਿੱਤੀ ਤੌਰ ਤੇ ਸਮਰੱਥ ਹਨ
ਤੇ ਰਿਪੋਰਟ ਵਿੱਚ ਹੋਰ ਵੀ ਕਈ ਗੱਲਾਂ ਦਾ ਜ਼ਿਕਰ ਕੀਤਾ ਗਿਆ। ਰੂਸ ਅਤੇ ਯੂਕਰੇਨ ਦੀ ਜੰਗ ਨੂੰ ਲਗਭਗ 1 ਸਾਲ ਹੋ ਚੁੱਕਿਆ ਹੈ। ਜੰਗ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ। ਰੂਸ ਵੱਲੋਂ ਲਗਾਤਾਰ ਯੂਕਰੇਨ ਦੇ ਕਈ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਹਾਲ ਹੀ ਦੇ ਵਿੱਚ ਉਹਨਾਂ ਵੱਲੋਂ ਕਾਫੀ ਥਾਵਾਂ ਦੇ ਉੱਪਰ ਹਮਲਾ ਕੀਤਾ ਗਿਆ। ਊਰਜਾ ਪਲਾਂਟ ਨੂੰ ਇਸ ਵਾਰ ਨਿਸ਼ਾਨਾ ਬਣਾਉਣ ਦੇ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਰੂਸ ਤੇ ਯੂਕਰੇਨ ਵਿੱਚ ਲੰਬੇ ਸਮੇਂ ਤੋਂ ਜੰਗ ਚੱਲ ਰਹੀ ਹੈ ਤੇ ਇਹ ਜੰਗ ਅਜੇ ਵੀ ਰੁਕਣ ਦਾ ਨਾਮ ਨਹੀਂ ਲੈ ਰਹੀ। ਰੂਸ ਵੱਲੋਂ ਲਗਾਤਾਰ ਯੂਕਰੇਨ ਦੇ ਉੱਪਰ ਹਮਲੇ ਕੀਤੇ ਜਾ ਰਹੇ ਨੇ। ਹੁਣ 1 ਘੰਟੇ ਵਿੱਚ ਰੂਸ ਵੱਲੋਂ ਯੂਕਰੇਨ ਦੇ ਜ਼ਾਪੋਰੀਜ਼ੀਆ ਤੇ 17 ਮਿਸਾਈਲਾਂ ਦਾਗੀਆਂ ਨੇ ਤੇ ਉਹਨਾਂ ਦੇ ਊਰਜਾ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ। ਜੀ ਹਾਂ, ਰੂਸ ਤੇ ਯੂਕਰੇਨ ਵਿਚਕਾਰ ਜੋ ਜੰਗ ਚੱਲ ਰਹੀ ਹੈ ਉਸ ਨੂੰ 1 ਸਾਲ ਹੋਣ ਵਾਲਾ ਹੈ, ਪਰ ਯੂਕਰੇਨ ਤੇ ਰੂਸ ਦੀ ਜੰਗ ਰੁਕਣ ਦਾ ਨਾਮ ਨਹੀਂ ਲੈ ਰਹੀ। ਸ਼ੁੱਕਰਵਾਰ ਨੂੰ ਯੂਕਰੇਨ ਦੇ ਜ਼ਾਪੋਰੀਜ਼ੀਆ ਸ਼ਹਿਰ ਨੂੰ ਨਿਸ਼ਾਨਾ ਬਣਾਇਆ ਗਿਆ। ਰੂਸੀ ਮਿਸਾਈਲਾਂ ਨੇ 1 ਘੰਟੇ ਵਿੱਚ 17 ਸ਼ਹਿਰਾਂ ਤੇ ਹਮਲਾ ਕੀਤਾ ਤੇ ਯੂਕਰੇਨ ਦੇ ਮੁੱਖ ਊਰਜਾ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਗਿਆ। ਨਦੀ ਦੇ ਕਿਨਾਰੇ ਬਣੇ ਜਿਸ ਜ਼ਾਪੋਰੀਜ਼ੀਆ ਪਰਮਾਣੂ ਊਰਜਾ ਪਲਾਂਟ ਦੇ ਉੱਪਰ ਰੂਸ ਵੱਲੋਂ ਹਮਲਾ ਕੀਤਾ ਗਿਆ, ਉਹ ਉਤਪਾਦਨ ਦੀ ਗਿਣਤੀ ਦੀ ਦ੍ਰਿਸ਼ਟੀ ਨਾਲ ਯੂਰਪ ਦਾ ਸਭ ਤੋਂ ਵੱਡਾ ਪਰਮਾਣੂ ਊਰਜਾ ਪਲਾਂਟ ਹੈ। ਦੱਸ ਦਈਏ ਕਿ ਰੂਸ ਨੇ ਆਪਣੇ ਹਮਲਿਆਂ ਵਿੱਚ ਯੂਕਰੇਨ ਦੇ ਊਰਜਾ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ। ਦੂਜੇ ਪਾਸੇ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ 17 ਮਿਜ਼ਾਈਲਾਂ ਤੋਂ ਇਲਾਵਾ ਸ਼ੁੱਕਰਵਾਰ ਰੂਸ ਨੇ ਡਰੋਨ ਅਤੇ ਰਾਕੇਟ ਰਾਹੀਂ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਤੇ ਹਮਲੇ ਕੀਤੇ। ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਜ਼ਖਮੀ ਹਾਲਤ ਦੇ ਵਿੱਚ ਔਰਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਔਰਤ ਨੇ ਦਮ ਤੋੜ ਦਿੱਤਾ। ਵਾਹਨ ਨੂੰ ਚਲਾਉਣ ਵਾਲਾ ਡਰਾਈਵਰ ਮੌਕੇ ਵਾਲੀ ਥਾਂ ਤੋਂ ਫਰਾਰ ਹੋ ਗਿਆ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਫਿਲਹਾਲ ਪੀੜਤ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਸੇਨ ਹੋਜ਼ੇ ਤੋਂ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਹੈ, ਜਿਸ ਸੰਬੰਧੀ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਵਿਭਾਗ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਔਰਤ ਨੂੰ ਵਾਹਨ ਦੀ ਟੱਕਰ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਹਿੱਟ ਐਂਡ ਰਨ ਦੇ ਮਾਮਲੇ ਬਾਰੇ ਵਧੇਰੇ ਅਪਡੇਟ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਹ ਘਟਨਾ 5:39 ਦੇ ਕਰੀਬ ਤੜਕੇ ਸਾਹਮਣੇ ਆਈ। ਇਹ ਮਾਮਲਾ ਮੋਰੇਲ ਐਵੀਨਿਊ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ, ਜਿੱਥੇ ਵਾਹਨ ਦੀ ਟੱਕਰ ਲੱਗਣ ਤੋਂ ਬਾਅਦ ਡਰਾਈਵਰ ਵਾਹਨ ਨੂੰ ਲੈ ਕੇ ਫਰਾਰ ਹੋ ਗਿਆ। ਜ਼ਖਮੀ ਹਾਲਤ ਦੇ ਵਿੱਚ ਔਰਤ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਪਰ ਇੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਅਧਿਕਾਰੀਆਂ ਵੱਲੋਂ ਪੀੜਤ ਔਰਤ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ ਤੇ ਨਾ ਹੀ ਉਸ ਬਾਰੇ ਕੋਈ ਹੋਰ ਅਪਡੇਟ ਜਾਰੀ ਕੀਤੀ ਗਈ ਹੈ। ਮੌਕੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ, ਜਿਸ ਦੇ ਉੱਪਰ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇੱਥੇ ਵਾਹਨ ਦੀ ਔਰਤ ਨੂੰ ਟੱਕਰ ਲੱਗੀ ਹੈ। ਡਰਾਈਵਰ ਦੀ ਡਿਸਕ੍ਰਿਪਸ਼ਨ ਵੀ ਅਜੇ ਜਾਰੀ ਨਹੀਂ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ, ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਹੁਣ ਤੱਕ ਦੀ ਜਾਣਕਾਰੀ ਵਿੱਚ ਇਹਨਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ 1 ਸਾਲ ਪਹਿਲਾਂ ਜੋ ਬੱਚੀ ਲਾਪਤਾ ਹੋਈ ਸੀ, ਉਹ ਬੱਚੀ ਘਰ ਦੇ ਕਲੋਜ਼ਟ ਦੇ ਵਿੱਚੋਂ ਮਿਲੀ ਹੈ। ਪੁਲਿਸ ਅਧਿਕਾਰੀਆਂ ਵੱਲੋਂ ਅਜੇ ਇਹ ਨਹੀਂ ਦੱਸਿਆ ਗਿਆ ਕਿ ਇਹ ਬੱਚੀ ਦੀ ਹਾਲਤ ਇੱਥੇ ਅਜਿਹੀ ਕਿਉਂ ਬਣੀ, ਆਖਿਰਕਾਰ ਉਹ ਕਲੋਜ਼ਟ ਦੇ ਵਿੱਚੋਂ ਕਿਉਂ ਮਿਲੀ ਹੈ। ਅਧਿਕਾਰੀ ਇਸ ਬਾਰੇ ਵਧੇਰੇ ਜਾਂਚ ਕਰ ਰਹੇ ਨੇ, ਪਰ ਦੱਸਿਆ ਗਿਆ ਕਿ ਇਸ ਬੱਚੀ ਦਾ ਮਿਲਾਪ ਆਪਣੇ ਪਰਿਵਾਰ ਨਾਲ ਹੋ ਚੁੱਕਿਆ ਹੈ। 1 ਸਾਲ ਤੋਂ ਲਾਪਤਾ ਮਾਸੂਮ ਬੱਚੀ ਦੀ ਆਪਣੇ ਪਰਿਵਾਰ ਨਾਲ ਮੁਲਾਕਾਤ ਹੋਈ ਹੈ, ਜਿਸ ਬਾਰੇ ਪੁਲਿਸ ਅਧਿਕਾਰੀਆਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇੱਕ 14 ਸਾਲ ਦੀ ਮਾਸੂਮ ਬੱਚੀ 1 ਸਾਲ ਪਹਿਲਾਂ ਲਾਪਤਾ ਹੋ ਗਈ ਤੇ ਹੁਣ ਇਸ ਹਫ਼ਤੇ ਉਹ ਆਪਣੇ ਪਿਤਾ ਨਾਲ ਮਿਲੀ ਹੈ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਬੱਚੀ ਮਿਸ਼ੀਗਨ ਘਰ ਦੇ ਇੱਕ ਕਲੋਜ਼ਟ ਦੇ ਵਿੱਚੋਂ ਮਿਲੀ ਹੈ। ਡਿਪਟੀ ਯੂਐਸ ਮਾਰਸ਼ਲ ਵੱਲੋਂ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਲੜਕੀ ਦੀ ਭਾਲ ਉਹਨਾਂ ਵੱਲੋਂ 5:30 ਦੇ ਕਰੀਬ ਕੀਤੀ ਗਈ ਹੈ। ਜਿਸ ਦੌਰਾਨ ਇਹ ਬੱਚੀ ਉਹਨਾਂ ਨੂੰ ਮਿਲੀ ਤਾਂ ਉਹ ਕਾਫੀ ਡਰੀ ਹੋਈ ਸੀ, ਰੋ ਰਹੀ ਸੀ ਤੇ ਕਾਫੀ ਦੁੱਖ ਦੇ ਵਿੱਚ ਨਜ਼ਰ ਆਈ। ਪੁਲਿਸ ਅਧਿਕਾਰੀਆਂ ਨੂੰ ਫਿਲਹਾਲ ਨਹੀਂ ਪਤਾ ਕਿ ਇਸ ਬੱਚੀ ਨਾਲ ਕੀ ਹੋਇਆ ਜੋ ਉਸ ਦਾ ਇਹ ਵਿਵਹਾਰ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਘਰ ਦੇ ਵਿੱਚ ਜਾਂਚ ਕਰਨ ਤੋਂ ਪਹਿਲਾਂ ਇੱਕ ਜਾਣਕਾਰੀ ਮਿਲੀ ਸੀ, ਜਿਸ ਤੋਂ ਬਾਅਦ ਉਹ ਪਹੁੰਚੇ ਤਾਂ ਉਹਨਾਂ ਨੂੰ ਇੱਥੇ ਬੱਚੀ ਮਿਲੀ। ਫਿਲਹਾਲ ਇਸ ਸੰਬੰਧੀ ਵਧੇਰੇ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਹੁਣ ਆਨਲਾਈਨ ਮਿਲੇਗੀ ਪੀਆਰ ਦੀ ਜਾਣਕਾਰੀ। ਇਮੀਗ੍ਰੇਸ਼ਨ ਬਾਰੇ ਹੋਇਆ ਵੱਡਾ ਐਲਾਨ। 1 ਲੱਖ ਤੋਂ ਵੱਧ ਲੋਕਾਂ ਨੂੰ ਮਿਲੀ ਨੌਕਰੀ। ਬੇਰੁਜ਼ਗਾਰੀ ਦਰ 5% ਤੇ ਬਰਕਰਾਰ। ਕਿਰਾਏ ਦੇ ਮਕਾਨਾਂ ਦੀ ਮੰਗ ਵਿੱਚ ਵਾਧਾ। ਮਕਾਨਾਂ ਵਿੱਚ ਨਿਵੇਸ਼ ਨੂੰ ਤਰਜੀਹ ਦੇਣ ਦੀ ਲੋੜ। ਵਿਦਿਆਰਥੀਆਂ ਨੂੰ ਮਿਲੇ ਟਰੂਡੋ ਦਿੱਤੇ ਸਵਾਲਾਂ ਦੇ ਜਵਾਬ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।